Shall we begin with a small example? ਚਲੋ ਅਸੀਂ ਇੱਕ ਉਦਾਹਰਨ ਦੇ ਨਾਲ ਸ਼ੁਰੂ ਕਰਦੇ ਹਾਂ। When guests come to our house, ਜਦੋਂ ਮਹਿਮਾਨ ਸਾਡੇ ਘਰ ਆਉਂਦੇ ਨੇ, how we behave? ਅਸੀਂ ਕਿਵੇਂ ਰਵੱਈਆ ਰੱਖਦੇ ਹਾਂ, ਕਿਵੇਂ ਦਾ ਸੁਭਾਅ ਰੱਖਦੇ ਹਾਂ, ਕਿਵੇਂ ਵਰਤਾਓ ਕਰਦੇ ਹਾਂ, Very well disciplined. ਕਿੰਨੇ ਵਧੀਆ ਬਣ ਜਾਂਦੇ ਆ ਉਦੋਂ। When no guests, only children and parents they are at home. ਜਦੋਂ ਕੋਈ ਮਹਿਮਾਨ ਘਰੇ ਨਹੀਂ ਆਇਆ ਹੁੰਦਾ, ਸਿਰਫ ਪਰਿਵਾਰ ਹੁੰਦਾ, ਬੱਚੇ ਹੁੰਦੇ ਨੇ ਘਰੇ, And how they behave with one another. ਤੇ ਉਹ ਆਪਸ ਵਿੱਚ ਕਿਵੇਂ ਦਾ ਰਵੱਈਆ ਰੱਖਦੇ ਨੇ, ਕਿਵੇਂ ਦਾ ਵਿਹਾਰ ਰੱਖਦੇ ਨੇ। They start by, oi, ਉਹ ਸ਼ੁਰੂ ਕਰਦੇ ਆ, ਓਏ oi, ਪਾਣੀ ਦਾ ਗਲਾਸ ਲੈ ਕੇ। ਓਏ ਪਾਣੀ ਦਾ ਗਲਾਸ ਲੈ ਕੇ ਆ ਇੱਧਰ। ਤੂੰ ਸੁਣਦਾ ਨਹੀਂ, ਓਏ ਤੂੰ ਮੰਨਦਾ ਨਹੀਂ। ਤੂੰ ਸੁਣਦਾ ਨਹੀਂ, ਮੇਰੀ ਮੰਨਦਾ ਨਹੀਂ। The matters begin with the oi and end up with the oi. ਤੇ ਦੇਖੋ ਆਪਣਾ ਕਿਵੇਂ ਵਰਤਾਅ ਹੋ ਜਾਂਦਾ ਹੈ ਜਦੋਂ ਮਹਿਮਾਨ ਘਰੇ ਨਹੀਂ ਹੁੰਦੇ, ਆਪਸ ਵਿੱਚ ਪਰਿਵਾਰ ਹੀ ਹੁੰਦਾ। ਦੇਖੋ ਆਪਣਾ ਕਿਵੇਂ ਦਾ ਸੁਭਾਅ ਬਣ ਜਾਂਦਾ ਹੈ ਉਦੋਂ। ਓਏ ਪਾਣੀ ਲਿਆ, ਓਏ ਇੱਧਰ ਆ। And we wear whatever we like. ਤੇ ਅਸੀਂ ਬਸ ਪੁਰਾਣੇ ਜਿਹੇ ਕੱਪੜੇ ਪਾ ਕੇ ਘੁੰਮਦੇ ਰਹਿੰਦੇ ਆ, Full colorful head to toe. ਪੂਰੇ ਰੰਗ ਬਰੰਗੇ ਬਣ ਕੇ। And hairstyle also somewhere else. ਤੇ ਬਾਲ ਕਦੇ ਕਿਤੇ ਨੂੰ ਹੁੰਦੇ ਨੇ, ਕਿਹੜੇ ਕਿਤੇ ਨਹੀਂ ਹੁੰਦੇ ਨੇ। Just living in a full cushion. Oh, who is there? ਤੇ ਫੁੱਲ ਆਪਣੇ ਆਪ ਵਿੱਚ ਘੁੰਮਦੇ ਰਹਿੰਦੇ ਆ ਬਸ। And when we know that guests are coming, ਤੇ ਜਦੋਂ ਸਾਨੂੰ ਪਤਾ ਲੱਗ ਜਾਂਦਾ ਵੀ ਮਹਿਮਾਨਾਂ ਨੇ ਆਉਣਾ ਹੈ, well disciplined. ਉਹ ਇੰਨਾ ਅਨੁਸ਼ਾਸਨ। Parents also sometimes didn't believe, oh, my children they are this much nice also. ਮਾਤਾ ਪਿਤਾ ਵੀ ਦੇਖ ਕੇ ਯਕੀਨ ਨਹੀਂ ਕਰਦੇ, ਉਹ ਮੇਰਾ ਬੱਚਾ ਇੰਨਾ ਸੋਹਣਾ ਵੀ ਦਿਖਦਾ ਹੈ, And he is so wise also. ਇਹ ਤਾਂ ਸਿਆਣਾ ਵੀ ਬਹੁਤ ਹੈ, ਮੈਂ ਤਾਂ ਅੱਜ ਹੀ ਵੇਖਿਆ। We set up, we arrange everything very nicely. ਅਸੀਂ ਘਰ ਵਿੱਚ ਹਰ ਜਗ੍ਹਾ ਨੂੰ ਜਿਹੜੀ ਚੀਜ਼ ਜਿੱਥੇ ਰੱਖਣੀ ਚਾਹੀਦੀ ਉੱਥੇ ਰੱਖਦੇ ਹਾਂ, ਸਾਰਾ ਘਰ ਸਵਾਰਦੇ ਹਾਂ। We black bed sheets nicely. ਅਸੀਂ ਸੋਹਣੀਆਂ ਚਾਦਰਾਂ ਵਿਛਾ ਦਿੰਦੇ ਹਾਂ ਬੈੱਡਾਂ ਤੇ। But when we know that guests are coming, ਪਰ ਜਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਮਹਿਮਾਨਾਂ ਨੇ ਆਉਣਾ ਹੈ, we wear nice dress. ਅਸੀਂ ਸੋਹਣੇ ਕੱਪੜੇ ਪਾ ਲੈਂਦੇ ਹਾਂ, We make our hairs. ਅਸੀਂ ਸੋਹਣੇ ਵਾਲ ਬਾਹ ਲੈਂਦੇ ਹਾਂ, We black bed sheets nicely. ਅਸੀਂ ਸੋਹਣੀਆਂ ਚਾਦਰਾਂ ਵਿਛਾ ਦਿੰਦੇ ਹਾਂ, We clean our house. ਅਸੀਂ ਆਪਣਾ ਘਰ ਸਾਫ਼ ਕਰ ਦਿੰਦੇ ਹਾਂ, We cook some dishes. ਅਸੀਂ ਸੋਹਣਾ ਖਾਣਾ ਬਣਾਉਂਦੇ ਹਾਂ ਉਹਨਾਂ ਵਾਸਤੇ। And when they enter, and whatever we will bring, water or whatever, ਅਸੀਂ ਪਾਣੀ ਚਾਹ ਜੋ ਵੀ ਕੁਝ ਲਿਆਉਂਦੇ ਆ ਫਿਰ ਉਹਨਾਂ ਵਾਸਤੇ that also with very humbleness, very very kindly. ਕਿੰਨੀ ਨਰਮਾਈ ਨਾਲ ਲੈ ਕੇ ਆਉਂਦੇ ਆ, ਥੋੜਾ ਚੁੱਕ ਕੇ ਪਲੇਟ 'ਚ ਹੌਲੀ ਹੌਲੀ, ਹਾਂਜੀ ਲਓ ਪਾਣੀ ਪੀਓ ਜੀ। When guests come to our house, ਜਦੋਂ ਮਹਿਮਾਨ ਸਾਡੇ ਘਰ ਆਉਂਦੇ ਨੇ, why we behave so much well disciplined? ਕਿਉਂ ਅਸੀਂ ਬੜਾ ਵਧੀਆ ਸੁਭਾਅ ਰੱਖਦੇ ਆ ਉਹਨਾਂ ਦੇ ਅੱਗੇ, We give honor to them, ਅਸੀਂ ਉਹਨਾਂ ਨੂੰ ਸਨਮਾਨ ਦਿੰਦੇ ਆ, which is very good. ਜਿਹੜੀ ਕਿ ਬਹੁਤ ਵਧੀਆ ਗੱਲ ਹੈ। We must respect one another. ਅਸੀਂ ਸਾਨੂੰ ਚਾਹੀਦਾ ਹੈ ਕਿ ਅਸੀਂ ਇੱਕ ਦੂਜੇ ਦਾ ਆਦਰ ਕਰੀਏ। If we love one another, then definitely we will show respect to one another. ਜੇਕਰ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਆਦਰ ਵੀ ਦਿਖਾਈਏ। We cannot do it by words. ਅਸੀਂ ਸ਼ਬਦਾਂ ਨਾਲ ਹੀ ਕਈ ਵਾਰ ਸਾਰਾ ਕੁਝ ਨਹੀਂ ਕਰ ਸਕਦੇ, We have to act. ਸਾਨੂੰ ਹੱਥੀਂ ਕੰਮ ਵੀ ਕਰਨਾ ਪਵੇਗਾ। Once Pastor Rajinder has preached here. ਇੱਕ ਵਾਰ ਪਾਸਟਰ ਜੀ ਨੇ ਇੱਥੇ ਪ੍ਰਚਾਰ ਕੀਤਾ ਸੀ। He preached that love is not a word, it is an act. ਇਹਨਾਂ ਨੇ ਪ੍ਰਚਾਰ ਕੀਤਾ ਸੀ ਕਿ ਪਿਆਰ ਕੇਵਲ ਇੱਕ ਸ਼ਬਦ ਹੀ ਨਹੀਂ ਹੈ, ਸਗੋਂ ਇੱਕ ਵਰਤਾਓ ਹੈ, ਇੱਕ ਵਿਵਹਾਰ ਹੈ। How Jesus showed his love to us. ਕਿਵੇਂ ਯੀਸ਼ੂ ਨੇ ਆਪਣਾ ਪਿਆਰ ਸਾਨੂੰ ਵਿਖਾਇਆ। By sitting in heaven? ਕਿ ਸਵਰਗ ਵਿੱਚ ਬੈਠੇ ਹੋਏ? No. ਨਹੀਂ, He left heaven and came down. ਉਹਨੇ ਛੱਡ ਦਿੱਤਾ ਆਪਣਾ ਸਵਰਗ ਤੇ ਧਰਤੀ ਤੇ ਆ ਗਿਆ ਤੁਹਾਡੇ ਲਈ। To show us love and respect, he came on the earth. ਆਪਣਾ ਪਿਆਰ ਦਿਖਾਉਣ ਲਈ ਉਹਨੇ ਸਵਰਗ ਨੂੰ ਛੱਡ ਦਿੱਤਾ ਤੇ ਤੁਹਾਡੇ ਕੋਲ ਆ ਗਿਆ। So this is an act. तो ਇਹ ਇੱਕ ਵਿਵਹਾਰ ਹੈ, ਇਹ ਵਰਤਾਓ ਹੈ। When this much respect and honor we give to guests, ਜਦੋਂ ਇੰਨਾ ਆਦਰ ਤੇ ਸਨਮਾਨ ਅਸੀਂ ਮਹਿਮਾਨ ਨੂੰ ਦਿੰਦੇ ਆ, then where is God's honor today? ਤਾਂ ਫਿਰ ਅੱਜ ਤੁਹਾਡੇ ਜੀਵਨਾਂ ਦੇ ਵਿੱਚ ਪਰਮੇਸ਼ਵਰ ਲਈ ਆਦਰ ਸਨਮਾਨ ਕਿੱਥੇ ਹੈ? Where is God's honor in your life? ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਨੂੰ ਆਦਰ ਦੇਣਾ, ਸਨਮਾਨ ਦੇਣਾ ਕਿੱਥੇ ਹੈ? See, when guests are at home, ਦੇਖੋ ਜਦੋਂ ਮਹਿਮਾਨ ਘਰੇ ਹੁੰਦੇ ਨੇ, if something happen wrong also, ਜੇ ਕੁਝ ਗਲਤ ਵੀ ਹੋ ਜਾਏ ਉਦੋਂ ਕਿਸੇ ਤੋਂ, what we do? ਅਸੀਂ ਕੀ ਕਰਦੇ ਹਾਂ? We don't shout front of them. ਅਸੀਂ ਉੱਚੀ ਚਿল্লাਉਂਦੇ ਨਹੀਂ ਉਹਨਾਂ ਦੇ ਸਾਹਮਣੇ, We don't fight front of them. ਅਸੀਂ ਉਹਨਾਂ ਦੇ ਸਾਹਮਣੇ ਲੜਦੇ ਨਹੀਂ ਬਿਲਕੁਲ ਵੀ। Something happen wrong also, we handle that situation very quietly. ਜੇਕਰ ਕੁਝ ਗਲਤੀ ਘਟੀ ਹੋ ਵੀ ਜਾਂਦੀ ਹੈ ਉਹਨਾਂ ਦੇ ਸਾਹਮਣੇ, ਤਾਂ ਅਸੀਂ ਬਹੁਤ ਤਰੀਕੇ ਨਾਲ ਉਸ ਹਾਲਾਤ ਨੂੰ, ਉਸ ਚੀਜ਼ ਨੂੰ ਸੰਭਾਲਦੇ ਹਾਂ। We just
the children, okay, stay calm, let them go first, then we will talk. ਫਿਰ ਅਸੀਂ ਬੱਚਿਆਂ ਨੂੰ ਸਮਝਾਉਂਦੇ ਆ ਓਕੇ ਹੁਣ ਤੁਸੀਂ ਰੌਲਾ ਨਹੀਂ ਪਾਣਾ ਬੱਚਿਓ ਇਹਨਾਂ ਨੂੰ ਚਲੇ ਜਾਣ ਤੋਂ ਫਿਰ ਆਪਾਂ ਬੈਠ ਕੇ ਗੱਲ ਕਰਾਂਗੇ। Jesus is not a guest. ਯੀਸ਼ੂ ਕੋਈ ਮਹਿਮਾਨ ਨਹੀਂ ਹੈ। Jesus is not here in your life for 1 day or for 2 days or 1 hour or 2 hours, 3 hours. ਯੀਸ਼ੂ ਕੋਈ ਤੁਹਾਡੇ ਜੀਵਨ ਦੇ ਵਿੱਚ ਘੰਟੇ ਵਾਸਤੇ ਜਾਂ 2 ਦਿਨਾਂ ਵਾਸਤੇ ਜਾਂ 1 ਦਿਨ ਵਾਸਤੇ ਨਹੀਂ ਹੈਗਾ। Jesus is not a guest. ਯੀਸ਼ੂ ਮਹਿਮਾਨ ਨਹੀਂ ਹੈ। He is always, he lives always in your life. ਉਹ ਹਮੇਸ਼ਾ ਹੀ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਰਹਿੰਦਾ ਹੈ। Hallelujah. ਹਾਲੇਲੂਇਆ। It is written into the Bible. ਇਹ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਹੈ। I am with you at the end of your life. ਮੈਂ ਤੇਰੇ ਜ਼ਿੰਦਗੀ ਦੇ ਅੰਤ ਤੱਕ ਤੇਰੇ ਨਾਲ ਆ। Then how we must behave with him? ਤੇ ਸਾਨੂੰ ਕਿਵੇਂ ਦਾ ਸੁਭਾਅ ਰੱਖਣਾ ਚਾਹੀਦਾ ਫਿਰ ਕਿਵੇਂ ਦਾ ਰਵੱਈਆ ਕਿਵੇਂ ਦਾ ਵਰਤਾਓ ਰੱਖਣਾ ਚਾਹੀਦਾ I am asking only one question, that where is God's honor in your life? ਮੈਂ ਤੁਹਾਨੂੰ ਬਸ ਇੱਕੋ ਹੀ ਪ੍ਰਸ਼ਨ ਪੁੱਛ ਰਹੀ ਹਾਂ ਕਿ ਤੁਹਾਡੇ ਜੀਵਨਾਂ ਦੇ ਵਿੱਚ ਪਰਮੇਸ਼ਰ ਨੂੰ ਆਦਰ ਦੇਣਾ ਸਨਮਾਨ ਦੇਣਾ ਉਹ ਕਿੱਥੇ ਹੈ। You might be saying, yes, I love Jesus so much. ਤੁਸੀਂ ਕਹਿ ਰਹੇ ਹੋਵੋਗੇ ਹਾਂ ਮੈਂ ਤਾਂ ਪਰਮੇਸ਼ਰ ਨੂੰ ਬਹੁਤ ਪਿਆਰ ਕਰਦਾ ਹਾਂ। Brothers might be saying, I respect Jesus. ਭਰਾ ਕਹਿੰਦੇ ਨੇ ਕਿ ਮੈਂ ਪਰਮੇਸ਼ਰ ਦਾ ਬਹੁਤ ਆਦਰ ਕਰਦਾ ਹਾਂ। Sisters might be saying, I respect God too much. ਭੈਣਾਂ ਵੀ ਕਹਿੰਦੀਆਂ ਨੇ ਕਿ ਮੈਂ ਪਰਮੇਸ਼ਰ ਦਾ ਬਹੁਤ ਆਦਰ ਕਰਦੀ ਹਾਂ। Saying is not enough. ਕਹਿਣਾ ਹੀ ਕਾਫੀ ਨਹੀਂ ਹੈ। If my parents says, ਜੇਕਰ ਮੇਰੇ ਮਾਤਾ ਪਿਤਾ ਕਹਿਣ Aman, we love you so much. ਬੇਟਾ ਅਮਨ ਤੈਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ But they never listen to me. ਪਰ ਉਹ ਮੇਰੀ ਕਦੇ ਗੱਲ ਹੀ ਨਾ ਸੁਣਨ And they never gives me time. ਤੇ ਉਹ ਕਦੇ ਆਪਣਾ ਸਮਾਂ ਹੀ ਨਾ ਮੈਨੂੰ ਦੇਣ। What will be my condition? ਮੇਰੀ ਹਾਲਤ ਕਦੋਂ ਕਿਹੋ ਜਿਹੀ ਹੋਊਗੀ ਉਦੋਂ What I will think? ਮੈਂ ਕੀ ਸੋਚੂੰਗੀ ਆਪਣੇ ਦਿਮਾਗ I will ਵਿੱਚ feel bad. ਮੈਨੂੰ ਬਹੁਤ ਬੁਰਾ ਲੱਗੂਗਾ। Always saying love you, but don't giving time to me. ਹਮੇਸ਼ਾ ਮੰਮੀ ਡੈਡੀ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਅਸੀਂ ਤੈਨੂੰ ਪਿਆਰ ਕਰਦੇ ਹਾਂ ਬੇਟਾ ਅਸੀਂ ਤੈਨੂੰ ਪਿਆਰ ਕਰਦੇ ਹਾਂ ਪਰ ਤੁਸੀਂ ਟਾਈਮ ਕਦੇ ਦਿੰਦੇ ਹੀ ਨਹੀਂ ਮੈਨੂੰ। You might be saying, ਤੁਸੀਂ ਕਹਿ ਰਹੇ ਹੋਵੋਗੇ ਸ਼ਾਇਦ I come to church every Sunday. ਮੈਂ ਹਰ ਐਤਵਾਰ ਚਰਚ ਨੂੰ ਆਉਣਾ ਹੈ। I pray a lot. ਮੈਂ ਪ੍ਰਾਰਥਨਾ ਬਹੁਤ ਕਰਦਾ ਹੈ। I read Bible a lot. ਮੈਂ ਵਚਨ ਵੀ ਬਹੁਤ ਪੜ੍ਹਦਾ ਹੈ। It means that you are giving respect to God? ਇਹਦਾ ਮਤਲਬ ਇਹ ਹੈ ਕਿ ਤੁਸੀਂ ਪਰਮੇਸ਼ਰ ਨੂੰ ਬਹੁਤ ਆਦਰ ਦੇ ਰਹੇ ਹੋ? Not at all. ਬਿਲਕੁਲ ਵੀ ਨਹੀਂ। You pray to God ਤੁਸੀਂ ਪ੍ਰਾਰਥਨਾ ਕਰਦੇ ਹੋ because you need something from God. ਕਿਉਂਕਿ ਤੁਹਾਨੂੰ ਕੁਝ ਚਾਹੀਦਾ ਹੈ ਤੁਹਾਡੀ ਜ਼ਰੂਰਤ ਹੈ ਪਰਮੇਸ਼ਰ ਤੋਂ ਇਸ ਲਈ ਦੁਆ ਕਰਦੇ ਹੋ। You read Bible ਤੁਸੀਂ ਵਚਨ ਪੜ੍ਹਦੇ ਹੋ not to please God, ਪਰਮੇਸ਼ਰ ਨੂੰ ਪ੍ਰਸੰਨ ਖੁਸ਼ ਕਰਨ ਦੇ ਲਈ ਨਹੀਂ just to get blessings and to just fulfill your needs. ਸਿਰਫ ਆਪਣੀਆਂ ਜ਼ਰੂਰਤਾਂ ਪੂਰੀਆਂ ਹੋਣ ਦੇ ਲਈ ਬਰਕਤਾਂ ਲੈਣ ਦੇ ਲਈ। You come to church ਤੁਸੀਂ ਚਰਚ ਨੂੰ ਆਉਂਦੇ ਹੋ for whom? ਕਿਹਦੇ ਲਈ? Don't say I come church for Jesus. ਐਵੇਂ ਨਾ ਕਹੋ ਕਿ ਮੈਂ ਤਾਂ ਯਿਸੂ ਲਈ ਚਰਚ ਆਉਣਾ। You come church for your healing and for your deliverance. ਤੁਸੀਂ ਭਵਨ ਵਿੱਚ ਆਉਂਦੇ ਹੋ ਚਰਚ ਵਿੱਚ ਆਉਂਦੇ ਹੋ ਆਪਣੇ ਛੁਟਕਾਰੇ ਦੇ ਲਈ ਆਪਣੀ ਚੰਗਿਆਈ ਦੇ ਲਈ। That's why you give complaint to the pastor or to us. ਇਸ ਕਰਕੇ ਤੁਸੀਂ ਬਹੁਤ ਵਾਰ ਸ਼ਿਕਾਇਤ ਕਰਦੇ ਹੋ ਫਿਰ I'm coming Sunday from long time but no healing. ਮੈਨੂੰ ਤਾਂ ਬਾਹਲੇ ਐਤਵਾਰ ਹੋ ਗਏ ਜੀ ਠੀਕ ਨਹੀਂ ਹੋਏ ਪਰ Answers is in your own words. ਤੁਹਾਡੇ ਸ਼ਬਦਾਂ ਵਿੱਚ ਹੀ ਤੁਹਾਡਾ ਉੱਤਰ ਹੈ। You're not coming church because you respect God, you love God. You come church to get healing and deliverance. ਤੁਸੀਂ ਚਰਚ ਨੂੰ ਸਿਰਫ ਇਸ ਕਰਕੇ ਆ ਰਹੇ ਹੋ ਕਿ ਤੁਹਾਨੂੰ ਛੁਟਕਾਰਾ ਚਾਹੀਦਾ ਬਰਕਤਾਂ ਚਾਹੀਦੀਆਂ ਨੇ ਇਸ ਲਈ ਨਹੀਂ ਆ ਰਹੇ ਕਿ ਯਿਸੂ ਨਾਲ ਮੈਂ ਪਿਆਰ ਕਰਦਾ ਹਾਂ। Am I right? ਕੀ ਮੈਂ ਸਹੀ ਬੋਲ ਰਹੀ ਹਾਂ? Hallelujah. ਹਾਲੇਲੂਇਆ। Today, where is God's honor in our life? ਅੱਜ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਨੂੰ ਆਦਰ ਦੇਣਾ ਕਿੱਥੇ ਹੈ? ਪਰਮੇਸ਼ਰ ਦਾ ਆਦਰ ਕਿੱਥੇ ਹੈ? God has created a men and women, a human. ਪਰਮੇਸ਼ਰ ਨੇ ਮਨੁੱਖ ਤੇ ਇਸਤਰੀ ਨੂੰ ਬਣਾਇਆ। Why? ਕਿਉਂ? He wants them worship me and spend time with me, love me. ਉਹਨੇ ਸਾਨੂੰ ਇਸ ਲਈ ਬਣਾਇਆ ਕਿ ਅਸੀਂ ਉਹਦੀ ਆਰਾਧਨਾ ਕਰੀਏ ਅਸੀਂ ਉਹਦੇ ਨਾਲ ਸਮਾਂ ਬਿਤਾਈਏ। Today, anyone is here who can say that I worship Lord because I love Him. ਕਿ ਕੋਈ ਇੱਥੇ ਹੈ ਕਿ ਮੈਂ ਪ੍ਰਭੂ ਦੀ ਆਰਾਧਨਾ ਤਾਂ ਕਰਦਾ ਹਾਂ ਕਿਉਂਕਿ ਮੈਨੂੰ ਪਿਆਰ ਕਰਦਾ ਹਾਂ। We worship God because we want healing. ਅਸੀਂ ਆਰਾਧਨਾ ਕਰਦੇ ਹਾਂ ਕਿਉਂਕਿ ਅਸੀਂ ਚੰਗੇ ਹੋਣਾ ਚਾਹੁੰਦੇ ਹਾਂ ਸਾਨੂੰ ਚੰਗਿਆਈ ਚਾਹੀਦੀ ਹੈ। We worship God. God, you open the way for me. ਅਸੀਂ
Of course, definitely He will do everything for you. ਹਾਂ ਬਿਲਕੁਲ ਠੀਕ ਹੈ, ਤੁਹਾਡੇ ਲਈ ਕਰੇਗਾ, ਬਿਲਕੁਲ ਕਰੇਗਾ ਤੁਹਾਡੇ ਲਈ। It is good to say, it is good to share your pain, your tears with your Father. ਇਹ ਬਹੁਤ ਚੰਗੀ ਗੱਲ ਹੈ ਕਿ ਅਸੀਂ ਆਪਣੇ ਸਵਰਗੀ ਪਿਤਾ ਨਾਲ ਆਪਣੇ ਹੰਝੂਆਂ ਨੂੰ, ਆਪਣੇ ਦਰਦ ਨੂੰ ਸਾਂਝਾ ਕਰੀਏ, ਦੱਸੀਏ ਉਹਨੂੰ। But all the time doing same thing, it's irritating. ਪਰ ਹਰ ਸਮੇਂ ਹੀ ਇੱਕ ਗੱਲ ਹੀ ਦੁਹਰਾਉਂਦੇ ਰਹਿਣਾ ਇਹ ਠੀਕ ਗੱਲ ਨਹੀਂ ਹੈ। Of course, it is written into the Bible that give your all heavy burden to me and I will give you rest. ਹਾਂ ਇਹ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਕਿ ਤੂੰ ਆਪਣਾ ਸਾਰਾ ਬੋਝ ਮੈਨੂੰ ਦੇ ਦੇ ਤੇ ਮੈਂ ਤੈਨੂੰ ਆਰਾਮ ਦੇਵਾਂਗਾ। Yes, you must give your burden to the Lord. ਹਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣਾ ਸਾਰਾ ਬੋਝ ਪ੍ਰਭੂ ਨੂੰ ਦੇ ਦਿਓ। How many times you will give your burden to Lord? ਕਿੰਨੇ ਵਾਰ ਤੁਸੀਂ ਪ੍ਰਭੂ ਨੂੰ ਆਪਣਾ ਬੋਝ ਦਿੰਦੇ ਹੋ? Do one thing. ਇੱਕ ਚੀਜ਼ ਕਰੋ, Give it to God forever and ever. ਹਮੇਸ਼ਾ ਦੇ ਲਈ ਪ੍ਰਭੂ ਨੂੰ ਦੇ ਦਿਓ। And you just love Him and respect Him. ਤੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਬਸ ਉਹਨੂੰ ਪਿਆਰ ਕਰੋ, ਉਹਨੂੰ ਆਦਰ ਦਿਓ। Just worship His holy name. ਸਿਰਫ ਉਹਦੇ ਪਵਿੱਤਰ ਨਾਮ ਦੀ ਆਰਾਧਨਾ ਕਰੋ। Just tell Jesus that you are the Lord who is able to get all glory and honor. ਉਹਨੂੰ ਦੱਸੋ ਰਾਤ ਦੇ ਵਿੱਚ ਕਿ ਪਰਮੇਸ਼ਵਰ ਕੇਵਲ ਤੂੰ ਹੀ ਇਹੋ ਜਿਹਾ ਪਰਮੇਸ਼ਵਰ ਹੈ ਜੋ ਸਾਰੀ ਇੱਜ਼ਤ ਮਹਿਮਾ ਦੇ ਯੋਗ ਪਰਮੇਸ਼ਵਰ ਹੈ। Hallelujah. ਹਾਲੇਲੂਇਆ, Hallelujah. ਹਾਲੇਲੂਇਆ। We can cry for our pain. ਅਸੀਂ ਆਪਣੇ ਦਰਦ ਦੇ ਨਾਲ ਕਈ ਵਾਰ ਰੋ ਸਕਦੇ ਹਾਂ। We can just say some painful words in our pain. ਅਸੀਂ ਦੁਖਦਾਈ ਸ਼ਬਦ ਪ੍ਰਭੂ ਨੂੰ ਕਹਿ ਸਕਦੇ ਹਾਂ। But we cannot fight with our pain. ਪਰ ਅਸੀਂ ਲੜ ਨਹੀਂ ਸਕਦੇ Because battle belongs to Lord. ਕਿਉਂਕਿ ਯੁੱਧ ਪਰਮੇਸ਼ਵਰ ਦਾ ਹੈ। Hallelujah. ਹਾਲੇਲੂਇਆ। He is fighting for you. ਉਹ ਤੁਹਾਡੇ ਲਈ ਲੜ ਰਿਹਾ ਹੈ। Your work is only to worship His holy name. ਤੁਹਾਡਾ ਕੰਮ ਇਹ ਨਹੀਂ ਹੈ ਕਿ ਤੁਸੀਂ ਉਹਦੇ ਪਵਿੱਤਰ ਨਾਮ ਦੀ ਆਰਾਧਨਾ ਕਰੋ। Your work is only that you just respect Him and love Him. ਤੁਹਾਡਾ ਇੰਨਾ ਹੀ ਕੰਮ ਹੈ ਕਿ ਤੁਸੀਂ ਉਹਨੂੰ ਬਹੁਤ ਹੀ ਆਦਰ ਦਿਓ, ਉਹਦੇ ਨਾਲ ਸਮੇਂ ਬਿਤਾਓ, ਉਹਨੂੰ ਪਿਆਰ ਕਰੋ। Listen, let us turn your Bible to Gospel of Mark chapter 12. ਅਸੀਂ ਮਰਕੁਸ ਦੀ ਅੰਜੀਲ ਉਹਦਾ 12 ਅਧਿਆਇ Verse 30 and 31. ਉਹਦੀ ਆਇਤ 30 ਤੇ 31 ਪੜਾਂਗੇ। ਅਤੇ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ। Hallelujah. ਹਾਲੇਲੂਇਆ। ਦੁਆ ਇਹ ਹੈ ਕਿ ਤੂੰ ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਹਨਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ। We will see only first portion. Love the Lord your God ਅਸੀਂ ਪਹਿਲੀ ਆਇਤ ਵੇਖ ਰਹੇ ਹਾਂ ਕਿ ਪਰਮੇਸ਼ਵਰ ਨੂੰ ਪ੍ਰੇਮ ਕਰ with all your heart, ਆਪਣੇ ਪੂਰੇ ਦਿਲ ਦੇ ਨਾਲ, with all your soul, ਆਪਣੀ ਪੂਰੀ ਆਤਮਾ ਦੇ ਨਾਲ, with all your mind, ਆਪਣੇ ਪੂਰੇ ਬੁੱਧ ਦੇ ਨਾਲ, with all your strength. ਆਪਣੀ ਪੂਰੀ ਜਾਨ ਦੇ ਨਾਲ, ਸ਼ਕਤੀ ਦੇ ਨਾਲ। Whose words are these? ਇਹ ਸ਼ਬਦ ਕਿਹਦੇ ਨੇ? Who spoke these words here? ਤੁਸੀਂ ਜਾਣਦੇ ਹੋ ਕਿ ਇਹਨਾਂ ਸ਼ਬਦਾਂ ਨੂੰ ਕਿਹਨੇ ਕਿਹਾ? ਕਿਹਦੇ ਮੂੰਹ ਚੋਂ ਨਿਕਲੇ ਹੋਏ ਸ਼ਬਦ ਨੇ ਇਹ? Somebody asked to Jesus, what is the first commandment of law? ਕਿਸੇ ਨੇ ਇੱਥੇ ਪ੍ਰਭੂ ਯਿਸੂ ਨੂੰ ਪੁੱਛਿਆ ਕਿ ਪ੍ਰਭੂ ਜੀ ਸਭ ਤੋਂ ਪਹਿਲਾ ਹੁਕਮ ਕੀ ਹੈ? And Jesus answered this. ਤੇ ਯਿਸੂ ਨੇ ਇਹ ਆਇਤ ਬੋਲ ਕੇ ਉੱਤਰ ਦਿੱਤਾ। Love the Lord your God ਤੂੰ ਆਪਣੇ ਪਰਮੇਸ਼ਰ ਨੂੰ ਪ੍ਰੇਮ ਕਰ, ਪਿਆਰ ਕਰ with all your heart, ਆਪਣੇ ਪੂਰੇ ਦਿਲ ਦੇ ਨਾਲ, with all your soul, ਆਪਣੀ ਪੂਰੀ ਆਤਮਾ ਦੇ ਨਾਲ, with all your mind, ਆਪਣੀ ਸਾਰੀ ਬੁੱਧ ਦੇ ਨਾਲ, with all your strength. ਆਪਣੀ ਪੂਰੀ ਤਾਕਤ ਦੇ ਨਾਲ। With 4 things: ਚਾਰ ਗੱਲਾਂ ਦੇ ਨਾਲ। heart, ਦਿਲ, soul, ਆਤਮਾ, strength, ਆਪਣੀ ਸ਼ਕਤੀ, mind. ਆਪਣਾ ਦਿਮਾਗ। Are you loving the Lord with these 4 things? ਕੀ ਤੁਸੀਂ ਇਹਨਾਂ ਚਾਰ ਚੀਜ਼ਾਂ ਦੇ ਨਾਲ ਪ੍ਰਭੂ ਨੂੰ ਪਿਆਰ ਕਰ ਰਹੇ ਹੋ? Say very truly. ਸੱਚਾਈ ਨਾਲ, ਇਮਾਨਦਾਰੀ ਨਾਲ। I don't think that if I will not raise my hand, what people will think. ਐ ਨਾ ਸੋਚੋ ਕਿ ਜੇ ਮੈਂ ਹੱਥ ਨਹੀਂ ਖੜਾ ਕੀਤਾ ਪਤਾ ਨਹੀਂ ਨਾਲ ਦਾ ਕੀ ਸੋਚੋਗੇ, ਨੇ ਹੱਥ ਹੀ ਨਹੀਂ ਖੜਾ ਕੀਤਾ। Let me tell you, where is your heart today? ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਤੁਹਾਡਾ ਦਿਲ ਕਿੱਥੇ ਹੈ। In Punjabi we say, "Ji nahi lagda." ਇਹ ਪੰਜਾਬੀ ਵਿੱਚ ਅਸੀਂ ਕਹਿੰਦੇ ਆ ਮੇਰਾ ਤਾਂ ਜੀ ਨਹੀਂ ਲੱਗਦਾ। God has given you everything. ਪਰਮੇਸ਼ਰ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ। The heart is not
giving respect to God, not loving to God. ਤੁਹਾਡਾ ਦਿਲ ਹੈ ਹੀ ਨਹੀਂ ਜੋ ਪਰਮੇਸ਼ਰ ਨੂੰ ਆਦਰ ਦੇ ਹੀ ਨਹੀਂ ਰਿਹਾ, ਸਨਮਾਨ ਦੇ ਹੀ ਨਹੀਂ ਰਿਹਾ। Do you know what King David says? ਕਿ ਤੁਸੀਂ ਜਾਣਦੇ ਹੋ ਪਰਮੇਸ਼ਰ ਦੇ ਦਾਸ ਦਾਊਦ ਨੇ ਕੀ ਕਿਹਾ? Psalm 139 verse 2. ਜ਼ਬੂਰਾਂ ਦੀ ਪੋਥੀ 139 ਅਧਿਆਇ ਹਾਲੇਲੂਇਆ। ਦੂਜਾ ਵਚਨ। Okay, we will read. ਤੂੰ ਮੇਰੇ ਬੈਠਣਾ ਉੱਠਣਾ ਜਾਣਦਾ ਹੈ, ਤੂੰ ਮੇਰੇ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈ। Yes, a King David, not a normal person, a King David is saying, ਕੋਈ ਆਮ ਬੰਦਾ ਨਹੀਂ, ਰਾਜਾ ਦਾਊਦ। Lord, you investigate my life. ਰਾਜਾ ਦਾਊਦ ਇੱਥੇ ਵਚਨ ਵਿੱਚ ਕਹਿ ਰਿਹਾ ਕਿ ਪਰਮੇਸ਼ਰ ਤੂੰ ਮੈਨੂੰ ਜਾਂਚ, ਮੇਰੀ ਜ਼ਿੰਦਗੀ ਨੂੰ ਜਾਂਚ, Yes, you investigate my life. ਮੇਰੇ ਜੀਵਨ ਨੂੰ ਜਾਂਚ ਪ੍ਰਭੂ। When I rise and when I sit, ਜਦੋਂ ਮੈਂ ਬਹਿਣਾ ਤੇ ਜਦੋਂ ਮੈਂ ਉੱਠ ਖੜਾ ਹੋਣਾ ਹੈ, even you know my thoughts from very far. ਤੂੰ ਤਾਂ ਦੂਰੋਂ ਹੀ ਮੇਰੇ ਵਿਚਾਰਾਂ ਨੂੰ ਸਮਝ ਲੈਣਾ ਹੈ। Hallelujah. ਹਾਲੇਲੂਇਆ। God knows where is your heart, ਪਰਮੇਸ਼ਰ ਜਾਣਦੇ ਨੇ ਕਿ ਤੁਹਾਡਾ ਦਿਲ ਕਿੱਥੇ ਹੈ, where it is stuck, ਕਿੱਥੇ ਫਸਿਆ ਹੋਇਆ, ਕਿੱਥੇ ਲੱਗਿਆ ਹੋਇਆ। where is your soul, ਤੁਹਾਡੀ ਆਤਮਾ ਕਿੱਥੇ ਹੈ, where is your mind. ਤੁਹਾਡਾ ਦਿਮਾਗ ਕਿੱਥੇ ਹੈ। Are you giving respect or are you loving God with your mind? ਕੀ ਤੁਸੀਂ ਆਪਣੇ ਦਿਮਾਗ ਨਾਲ, ਆਪਣੀ ਬੁੱਧ ਨਾਲ ਪ੍ਰਭੂ ਨੂੰ ਆਦਰ ਦੇ ਰਹੇ ਹੋ, ਪ੍ਰੇਮ ਕਰ ਰਹੇ ਹੋ? Mind is always busy with some other methods. ਦਿਮਾਗ ਹਮੇਸ਼ਾ ਬਿਜ਼ੀ ਰਹਿੰਦਾ, ਕੁਛ ਨਾ ਕੁਛ ਚੱਲਦਾ ਰਹਿੰਦਾ ਹੈ। Even sometimes unable to sleep also. That much it is running. ਕਈ ਵਾਰ ਇੰਨਾ ਦਿਮਾਗ ਦੌੜਦਾ ਰਹਿੰਦਾ, ਆਪਾਂ ਸੌਂ ਵੀ ਨਹੀਂ ਪਾਉਂਦੇ। So much thoughts coming and going one by one coming, second coming, third going, fourth coming. ਬਹੁਤ ਸਾਰੇ ਵਿਚਾਰ, ਕੋਈ ਆ ਰਿਹਾ, ਕੋਈ ਜਾ ਰਿਹਾ, ਕੋਈ ਆ ਰਿਹਾ, ਕੋਈ ਜਾ ਰਿਹਾ, ਨੀਂਦ ਵੀ ਨਹੀਂ ਆਉਂਦੀ ਕਈ ਵਾਰ। Heart also lost, soul also somewhere, and mind also somewhere. ਦੇਖੋ ਹੁਣ ਦਿਲ ਵੀ ਕਿਤੇ ਪਤਾ ਨਹੀਂ ਕਿੱਥੇ ਹੈ, ਆਤਮਾ ਦਾ ਵੀ ਪਤਾ ਨਹੀਂ ਕਿੱਥੇ ਹੈ, ਤੇ ਦਿਮਾਗ ਵੀ ਪਰਮੇਸ਼ਰ ਵੱਲ ਨਹੀਂ ਹੈਗਾ, ਪਤਾ ਨਹੀਂ ਕਿੱਥੇ ਹੈ। Now strength. Are you loving God with your strength? ਹੁਣ ਆ ਗਈ ਤਾਕਤ, ਸ਼ਕਤੀ। ਕੀ ਤੁਸੀਂ ਆਪਣੀ ਸਾਰੀ ਸ਼ਕਤੀ ਨਾਲ, ਆਪਣੀ ਸਾਰੀ ਤਾਕਤ ਨਾਲ ਪਰਮੇਸ਼ਰ ਨੂੰ ਪਿਆਰ ਕਰ ਰਹੇ ਹੋ? Strength we are putting somewhere else to just solve our problems. ਆਪਣੀ ਤਾਕਤ, ਆਪਣੀ ਸ਼ਕਤੀ, ਤਾਕਤ ਕਿਤੇ ਹੋਰ ਹੀ ਲਗਾ ਰਹੇ ਆ, ਕਿਸੇ ਹੋਰ ਸਮੱਸਿਆਵਾਂ ਦਾ ਹੱਲ ਕੱਢਣ ਲਈ। Just putting all strength to doing unnecessary work. ਆਪਣੀ ਸਾਰੀ ਤਾਕਤ, ਸ਼ਕਤੀ ਕਿਤੇ ਹੋਰ ਹੀ ਲਾ ਰਹੇ ਆ, ਬੇਵਜ੍ਹਾ ਦੇ ਕੰਮਾਂ ਨੂੰ ਸੁਧਾਰਨ ਲਈ। That's why we say now tired, no time to pray, now I want to sleep. ਫਿਰ ਆਪਾਂ ਅੰਤ 'ਚ ਕਹਿੰਦੇ ਹੁਣ ਤਾਂ ਥੱਕ ਗਏ, ਹੁਣ ਟਾਈਮ ਨਹੀਂ ਹੈਗਾ ਵੀ ਦੁਆ ਕਰੀਏ, ਹੁਣ ਤਾਂ ਸੌਣਾ ਚਾਹੁੰਦੇ ਆ। Whole day using your strength for all works. ਸਾਰਾ ਦਿਨ ਅਸੀਂ ਹੋਰਾਂ ਕੰਮਾਂ ਲਈ ਆਪਣੀ ਸ਼ਕਤੀ, ਆਪਣੀ ਤਾਕਤ ਲਾ ਦਿੰਦੇ ਆ, But when time comes for prayer, ਪਰ ਜਦੋਂ ਪ੍ਰਾਰਥਨਾ ਕਰਨ ਦਾ ਸਮਾਂ ਹੁੰਦਾ ਹੈ, we feel sleepy. ਅਸੀਂ ਬਹੁਤ ਸਾਨੂੰ ਨੀਂਦ ਆਉਣ ਲੱਗ ਜਾਂਦੀ ਹੈ। Where is God's honor in your life? ਪਰਮੇਸ਼ਰ ਦਾ ਆਦਰ ਸਨਮਾਨ ਕਿੱਥੇ ਹੈ ਤੁਹਾਡੇ ਜੀਵਨ ਦੇ ਵਿੱਚ? Now tell me that how much you love the Lord. ਹੁਣ ਦੱਸੋ ਤੁਸੀਂ ਕਿੰਨਾ ਕੁ ਪਰਮੇਸ਼ਰ ਨੂੰ ਪਿਆਰ ਕਰਦੇ ਹੋ? Now tell me that how much honor you give to God. ਹੁਣ ਮੈਨੂੰ ਇਹ ਦੱਸੋ ਤੁਸੀਂ ਕਿੰਨਾ ਕੁ ਪ੍ਰਭੂ ਨੂੰ ਆਦਰ ਦਿੰਦੇ ਹੋ? Why great silence is here? ਇੰਨਾ ਸन्नाटा ਕਿਉਂ ਹੋ ਗਿਆ? ਇੰਨੀ ਸ਼ਾਂਤੀ ਕਿਉਂ ਹੋ ਗਈ ਇੱਥੇ? I was learning from the servant, one servant of God. ਮੈਂ ਇੱਕ ਪ੍ਰਭੂ ਦੇ ਦਾਸ ਤੋਂ ਸਿੱਖਿਆ। He was teaching, worship Jesus as much as you can. ਉਹ ਇਸ ਤਰ੍ਹਾਂ ਦੱਸ ਰਹੇ ਸੀ ਕਿ ਤੁਸੀਂ ਜਿੰਨਾ ਜ਼ਿਆਦਾ ਕਰ ਸਕਦੇ ਹੋ ਪ੍ਰਭੂ ਦੀ ਆਰਾਧਨਾ ਹੀ ਕਰੋ। Jesus said, this is Jesus' words, that love your God with all your heart, soul, mind and strength. ਇਹ ਯਿਸੂ ਦੇ ਮੁਖ ਵਿੱਚੋਂ ਨਿਕਲੇ ਹੋਏ ਸ਼ਬਦ ਨੇ ਕਿ ਤੂੰ ਆਪਣੇ ਪਰਮੇਸ਼ਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਆਤਮਾ ਨਾਲ, ਜਾਨ ਨਾਲ, ਆਪਣੀ ਪੂਰੀ ਬੁੱਧ ਨਾਲ ਪਿਆਰ ਕਰ। But today biggest problem, heart, soul, strength, mind totally lost. ਪਰ ਅੱਜ ਸਮੱਸਿਆ ਇਹ ਹੈ ਕਿ ਪਤਾ ਨਹੀਂ ਮਿੰਟ 'ਚ ਹੀ ਦਿਲ ਕਿੱਥੇ ਚਲਾ ਜਾਂਦਾ, ਦਿਮਾਗ ਕਿੱਥੇ, ਤੇ ਆਪਣੀ ਤਾਕਤ ਤੋਂ ਅਸੀਂ ਦੂਰ ਹੋ ਜਾਂਦੇ ਹਾਂ, ਆਪਣੀ ਤਾਕਤ ਹੀ ਨਹੀਂ ਸੰਭਾਲ ਕੇ ਰੱਖਦੇ। How you will love the Lord? You don't have anything. ਦੇਖੋ ਹੁਣ ਇਹਨਾਂ ਚਾਰਾਂ ਗੱਲਾਂ 'ਚ ਤੁਹਾਡੇ ਵਿੱਚ ਕੁਝ ਹੈ ਨਹੀਂ, ਕਿਵੇਂ ਤੁਸੀਂ ਪਰਮੇਸ਼ਰ ਨੂੰ ਪਿਆਰ ਕਰੋਗੇ? Turn your Bible to the Gospel of John. ਯੋਹੰਨਾ ਦੀ ਅੰਜੀਲ ਵੇਖਾਂਗੇ ਅਸੀਂ, Chapter 14 verse 23. 14 ਦਾ 23 ਵਚਨ ਪੜਾਂਗੇ ਅਸੀਂ। ਯਿਸੂ ਨੇ ਉਹਨੂੰ ਉੱਤਰ ਦਿੱਤਾ, ਜੇ ਕੋਈ ਮੈਨੂੰ ਪਿਆਰ ਕਰਦਾ ਹੈ, ਉਹ ਮੇਰੇ ਬਚਨ ਦੀ ਪਾਲਣਾ ਕਰੇਗਾ ਅਤੇ ਮੇਰੇ ਪਿਤਾ ਉਹਨੂੰ ਪਿਆਰ
ਜਾਵੇਗਾ ਅਤੇ ਅਸੀਂ ਉਹਦੇ ਕੋਲ ਆਵਾਂਗੇ ਅਤੇ ਉਹਦੇ ਨਾਲ ਵਾਸ ਕਰਾਂਗੇ। Hallelujah. ਹਾਲੇਲੂਇਆ। What it is written? ਇੱਥੇ ਕੀ ਲਿਖਿਆ ਹੋਇਆ ਹੈ? Now you might be thinking how we can show our love and respect to God. ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਕਿਵੇਂ ਪਰਮੇਸ਼ਰ ਨੂੰ ਆਦਰ ਤੇ ਸਨਮਾਨ ਪਿਆਰ ਦਿਖਾ ਸਕਦਾ ਹਾਂ। Here it is written that also. ਇੱਥੇ ਉਹ ਵੀ ਲਿਖਿਆ ਹੋਇਆ ਹੈ, You should not have any excuse. ਤੁਹਾਡੇ ਕੋਲ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ। ਹੁਣ Lord, yes, we know that we must love you, but I don't know how to love you. ਹੁਣ ਪ੍ਰਭੂ ਮੈਂ ਚਾਹੁੰਦਾ ਤਾਂ ਹਾਂ ਤੈਨੂੰ ਬਹੁਤ ਪਿਆਰ ਕਰਾਂ, ਪਰ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਕਿਵੇਂ ਪਿਆਰ ਕਰਾਂ ਤੈਨੂੰ। It is written into the Bible. ਇਹ ਪਵਿੱਤਰ ਵਚਨ ਦੇ ਵਿੱਚ ਲਿਖਿਆ ਹੋਇਆ ਹੈ। Jesus answered and said, that words also came from the mouth of Jesus. ਯੀਸ਼ੂ ਨੇ ਉੱਤਰ ਦਿੱਤਾ, ਇਹ ਸ਼ਬਦ ਵੀ ਜੋ ਅਸੀਂ ਪੜਨ ਜਾ ਰਹੇ ਹਾਂ ਪ੍ਰਭੂ ਦੇ ਮੁਖ ਵਿੱਚੋਂ ਨਿਕਲੇ ਹੋਏ ਸ਼ਬਦ If ਨੇ। anyone loves me, ਜੇਕਰ ਕੋਈ ਮੈਨੂੰ ਪਿਆਰ ਕਰਦਾ ਹੈ, he will keep my words. ਉਹ ਮੇਰੇ ਵਚਨਾਂ ਦੀ ਪਾਲਣਾ ਕਰੇਗਾ, He will obey my words. ਉਹ ਮੇਰੇ ਹੁਕਮਾਂ ਨੂੰ ਮੰਨੇਗਾ। How you are obeying? ਕਿਵੇਂ ਤੁਸੀਂ ਉਹਦੀ ਆਗਿਆਕਾਰੀ ਕਰ। ਅਸੀਂ ਪ੍ਰਭੂ ਦੀ ਆਰਾਧਨਾ ਦੇ ਗੀਤ ਗਾਉਂਦੇ ਹਾਂ, ਮਿੱਠਾ ਨਾਮ ਯਹੋਵਾ ਦਾ। ਮਿੱਠਾ ਨਾਮ ਯਹੋਵਾ ਦਾ। Does it really sweet? ਕੀ ਇਹ ਸੱਚੋ ਮਿੱਠਾ ਨਾਮ ਹੈ? Have you tasted it? ਕੀ ਤੁਸੀਂ ਇਹਨੂੰ ਚੱਖ ਕੇ ਵੇਖਿਆ ਹੈ? You can taste when you will truly love to Jesus. ਜੇਕਰ ਤੁਸੀਂ ਚੱਖਿਆ ਤੁਸੀਂ ਸੱਚੀਓ ਪਰਮੇਸ਼ਰ ਨੂੰ ਪਿਆਰ ਕਰਨ ਵਾਲੇ ਬਣ ਜਾਓਗੇ। Hallelujah. ਹਾਲੇਲੂਇਆ, Hallelujah. ਹਾਲੇਲੂਇਆ। The Gospel of John chapter 15. ਯੂਹੰਨਾ ਦੀ ਇੰਜੀਲ ਦਾ 15 ਅਧਿਆਇ Verse 4. ਉਹਦੀ ਚੌਥੀ ਹੈ। ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਜਿਸ ਪ੍ਰਕਾਰ ਟਹਿਣੀ ਜੇ ਉਹ ਅੰਗੂਰ ਦੀ ਬੇਲ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸਕਦੀ, ਇਸੇ ਪ੍ਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ ਤਾਂ ਫਲ ਨਹੀਂ ਦੇ ਸਕਦੇ। And verse 7. ਸਤਵੀਂ ਹੈ। ਹਾਲੇਲੂਇਆ। ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਉਹ ਤੁਹਾਨੂੰ ਤੁਹਾਡੇ ਲਈ ਹੋ ਜਾਵੇਗਾ। If today still you are waiting for the Lord that my prayers are yet not answered, ਜੇਕਰ ਤੁਸੀਂ ਅੱਜ ਵੀ ਪਰਮੇਸ਼ਰ ਦਾ ਇੰਤਜ਼ਾਰ ਕਰ ਰਹੇ ਹੋ ਕਿ ਮੇਰੀ ਪ੍ਰਾਰਥਨਾਵਾਂ ਦੇ ਉੱਤਰ ਹਲੇ ਤੱਕ ਨਹੀਂ ਆਏ, ਪ੍ਰਭੂ respect the Lord. ਪ੍ਰਭੂ ਦਾ ਆਦਰ ਕਰੋ, Love your Lord. ਪਰਮੇਸ਼ਰ ਨੂੰ ਪਿਆਰ ਕਰੋ, Abide in Him. ਉਹਦੇ ਵਿੱਚ ਬਣੇ ਰਹੋ। He said that I will be with you end of your life. ਮੈਂ ਤੇਰੇ ਜੀਵਨ ਦੇ ਅੰਤ ਤੱਕ ਤੇਰੇ ਨਾਲ ਰਵਾਂਗਾ। That is His promise. ਇਹ ਉਹਦਾ ਵਾਅਦਾ ਹੈ ਸਾਡੇ ਲਈ। His holy presence is always with us. ਉਹਦੀ ਪਵਿੱਤਰ ਹਜ਼ੂਰੀ ਹਮੇਸ਼ਾ ਸਾਡੇ ਨਾਲ ਹੈ। He is not a guest who will come and who will go. ਉਹ ਮਹਿਮਾਨ ਨਹੀਂ ਹੈ ਕਿ ਇੱਕ ਵਾਰ ਆਊਗਾ ਤੇ ਫਿਰ ਚਲਾ ਜਾਊਗਾ। He loves you so much. ਉਹ ਤੁਹਾਨੂੰ ਬਹੁਤ ਹੀ ਪਿਆਰ ਕਰਦਾ He ਹੈ। lives with you all the time. ਉਹ ਤੁਹਾਡੇ ਨਾਲ ਹਰ ਪਲ ਰਹਿਣਾ ਚਾਹੁੰਦਾ ਹੈ ਤੇ ਰਹਿੰਦਾ ਹੈ। Even when you sleep and when you do sin. ਜਦੋਂ ਤੁਸੀਂ ਸੋ ਰਹੇ ਹੁੰਦੇ ਹੋ ਜਾਂ ਜਦੋਂ ਤੁਸੀਂ ਪਾਪ ਵੀ ਕਰ ਰਹੇ ਹੁੰਦੇ ਹੋ, He always watch on you. ਉਹ ਤੁਹਾਨੂੰ ਵੇਖ ਰਿਹਾ ਹੁੰਦਾ ਹੈ। Respect His holy presence. ਉਹਦਾ ਆਦਰ ਕਰੀਏ, ਉਹਦੀ ਪਵਿੱਤਰ ਹਜ਼ੂਰੀ ਦਾ ਆਦਰ This ਕਰੀਏ। is His holy presence. ਇਹੀ ਉਹਦੀ ਪਵਿੱਤਰ ਹਜ਼ੂਰੀ ਹੈ। Worshipper is shouting, oh, raise your hands, His holy presence is here. ਰਾਤ ਤੱਕ ਬਹੁਤ ਉੱਚੀ ਚਿल्ला ਰਿਹਾ ਹੁੰਦਾ ਪੂਰੀ ਜਾਨ ਲੱਗੇ, ਆਪਣੇ ਹੱਥਾਂ ਨੂੰ ਖੜੇ ਕਰੋ, ਤਾੜੀਆਂ ਮਾਰੋ, ਪਰਮੇਸ਼ਰ ਦੀ ਹਜ਼ੂਰੀ ਤੁਹਾਡੇ ਵਿਚਕਾਰ ਹੈ। And there are some people. ਅੱਛੇ ਕੁਝ ਭਾਈ ਹੈਗੇ ਨੇ, ਬਸ ਉਹ ਬਿਲਕੁਲ ਐਵੇਂ ਖੜੇ ਰਹਿੰਦੇ ਨੇ। ਪ੍ਰਭੂ ਦਿਆ ਕਰ ਦੇਗਾ ਆਪਣੇ ਆਪ ਵਿੱਚ। ਹਾਂ, ਬਸ ਉਹ ਕਹਿੰਦੇ ਨੇ ਨਹੀਂ ਸਾਨੂੰ ਬੋਲਣ ਦੀ ਲੋੜ ਨਹੀਂ, ਅਸੀਂ ਜ਼ੋਰ ਨਹੀਂ ਲਾਉਣਾ, ਪ੍ਰਭੂ ਆਪੇ ਕਰ ਦੇਣਗੇ। Why? ਧਰਨ ਪੈ ਜਾਏਗੀ। ਜੇ ਜ਼ੋਰ ਲਾਇਆ ਧਰਨ ਪੈ ਜਾਓ। What will happen? You are not respecting God. ਹੁਣ ਦੱਸੋ ਤੁਸੀਂ ਪਰਮੇਸ਼ਰ ਦਾ ਆਦਰ ਕਿੱਥੇ ਹੈ? Then there is a complaint. I am coming every Sunday, but no healing, Pastor Ji. No deliverance. ਫਿਰ ਸਾਡੀ ਸ਼ਿਕਾਇਤਾਂ ਹੁੰਦੀਆਂ ਨੇ ਲਗਾਤਾਰ, ਪਾਸਟਰ ਸਾਹਿਬਾਨ ਦੇ ਗਏ, ਪਾਸਟਰ ਜੀ ਬਹੁਤ ਸੰਡੇ ਹੋ ਗਏ, ਕੋਈ ਇਹਨਾਂ ਦਾ ਛੁਟਕਾਰਾ ਵੀ ਨਹੀਂ। You are weak in your worship area, in your prayer area. ਤੁਸੀਂ ਕਮਜ਼ੋਰ ਹੋ ਆਪਣੀ ਪ੍ਰਾਰਥਨਾ ਦੇ ਖੇਤਰ ਵਿੱਚ ਤੇ ਆਰਾਧਨਾ ਕਰਨ ਦੇ ਖੇਤਰ ਦੇ ਵਿੱਚ। Our worship is a time when we can just move the heaven. ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਰਾਧਨਾ ਦਾ ਸਮਾਂ ਇੱਕ ਅਜਿਹਾ ਸਮਾਂ ਹੁੰਦਾ ਹੈ ਕਿ ਉਸ ਸਮੇਂ ਅਸੀਂ ਸਵਰਗ ਨੂੰ ਹਿਲਾ ਸਕਦੇ ਹਾਂ ਆਪਣੀ ਆਰਾਧਨਾ ਕਰਨ ਦੇ ਦੁਆਰਾ। Hallelujah. ਹਾਲੇਲੂਇਆ, Hallelujah. ਹਾਲੇਲੂਇਆ। Many people give testimony while worship was going on. I got healing. ਕਿੰਨੇ ਲੋਕ ਇੱਥੇ ਆ ਕੇ ਗਵਾਹੀ ਵੀ ਦਿੰਦੇ ਨੇ, ਜਦੋਂ ਆਰਾਧਨਾ ਚੱਲ ਰਹੀ ਸੀ ਮੈਂ ਉਦੋਂ ਚੰਗੀ ਹੋ ਗਈ, ਮੈਂ ਉਦੋਂ ਚੰਗਾ ਹੋ ਗਿਆ। But there are some brothers and sisters, they are totally lost in
worship and they don't respect God and they don't respect God's holy presence. ਪਰ ਇੱਥੇ ਕੁਝ ਹੋਰ ਲੋਕ ਵੀ ਹੈਗੇ ਨੇ, ਉਹਨਾਂ ਨੂੰ ਪਰਵਾਹ ਹੀ ਨਹੀਂ ਹੁੰਦੀ, ਉਹ ਕੋਈ ਨਾ ਰਾਤ ਨਹੀਂ ਚੱਲਦੀ ਹੈ, ਕੋਈ ਗੱਲ ਨਹੀਂ। ਉਹਨਾਂ ਦੇ ਜੀਵਨ ਵਿੱਚ ਪਰਮੇਸ਼ਰ ਦਾ ਆਦਰ ਕਿੱਥੇ ਹੈ? God is saying, ਪਰਮੇਸ਼ਰ ਕਹਿ ਰਹੇ ਨੇ, you abide in me ਤੁਸੀਂ ਮੇਰੇ ਵਿੱਚ ਬਣੇ ਰਹੋ, and I will abide in you. ਫਿਰ ਮੈਂ ਤੁਹਾਡੇ ਵਿੱਚ ਬਣਿਆ ਰਵਾਂਗਾ। Then whatever you will ask, I will fulfill your desire. ਫਿਰ ਜੋ ਕੁਝ ਤੁਸੀਂ ਮੰਗੋਗੇ ਮੈਂ ਤੁਹਾਨੂੰ ਦਿਆਂਗਾ। Hallelujah. ਹਾਲੇਲੂਇਆ। Are you abiding in God? ਕੀ ਤੁਸੀਂ ਪਰਮੇਸ਼ਰ ਵਿੱਚ ਬਣੇ ਹੋਏ ਹੋ? Is God is abiding in you? ਕੀ ਪਰਮੇਸ਼ਰ ਤੁਹਾਡੇ ਵਿੱਚ ਬਣਿਆ ਹੋਇਆ ਹੈ? If you are not respecting God, God cannot abide in you. ਜੇਕਰ ਤੁਸੀਂ ਪਰਮੇਸ਼ਰ ਨੂੰ ਆਦਰ ਨਹੀਂ ਦੇ ਰਹੇ ਤਾਂ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਨਹੀਂ ਬਣੇ ਹੋਏ। If you are sleeping in His holy presence, ਜੇਕਰ ਤੁਸੀਂ ਉਹਦੀ ਪਵਿੱਤਰ ਹਜ਼ੂਰੀ ਵਿੱਚ ਸੌ ਰਹੇ ਹੋ, if you are not attentive in His holy presence, ਜੇਕਰ ਤੁਸੀਂ ਤੇਜ਼ ਤੇ ਸੁਚੇਤ ਹੀ ਨਹੀਂ ਹੈਗੇ ਉਹਦੀ ਪਵਿੱਤਰ ਹਜ਼ੂਰੀ ਦੇ ਵਿੱਚ, He will just pass through you. ਉਹ ਤੁਹਾਡੇ ਨਾਲ ਦੀ ਹੋ ਕੇ ਚਲੀ ਜਾਊਗੀ And you will be just empty and empty and ਔਰ empty. ਤੁਸੀਂ ਖਾਲੀ ਆਏ ਸੀ ਤੇ ਖਾਲੀ ਰਹਿ ਜਾਓਗੇ। ਫਿਰ Am I right or not? ਕੀ ਮੈਂ ਸਹੀ ਬੋਲ ਰਹੀ ਹਾਂ ਜਾਂ ਨਹੀਂ? Now tell me that where is God's honor in your life? ਹੁਣ ਮੈਨੂੰ ਦੱਸੋ ਤੁਹਾਡੇ ਜੀਵਨਾਂ ਦੇ ਵਿੱਚ ਪਰਮੇਸ਼ਵਰ ਦਾ ਆਦਰ ਕਿੱਥੇ ਹੈ? Talking to youth. ਮੈਂ ਜਵਾਨਾਂ ਦੇ ਨਾਲ ਗੱਲ ਕਰ ਰਹੀ When ਹਾਂ। you watch your phone, ਜਦੋਂ ਤੁਸੀਂ ਆਪਣੇ ਮੋਬਾਈਲਾਂ ਨੂੰ ਵੇਖਦੇ ਹੋ, yeah, there are so many things on social media, on internet. ਤੁਸੀਂ ਜਾਣਦੇ ਹੋ, ਸਾਰਿਆਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਨੇ, Some good things and some bad things. ਕੁਝ ਬੁਰੀਆਂ ਗੱਲਾਂ ਵੀ ਨੇ, ਕੁਝ ਵਧੀਆ ਗੱਲਾਂ ਵੀ ਨੇ। Where is God's honor when you watch your cell phone? ਜਦੋਂ ਤੁਸੀਂ ਆਪਣਾ ਮੋਬਾਈਲ ਵੇਖਦੇ ਹੋ, ਫੋਨ ਦੇਖਦੇ ਹੋ, ਉਦੋਂ ਤੁਹਾਡੇ ਜੀਵਨ ਦੇ ਵਿੱਚ ਉਸ ਟਾਈਮ ਪਰਮੇਸ਼ਵਰ ਦਾ ਆਦਰ ਕਿੱਥੇ ਹੈ? When you behave with one another in a very rude way and very rough way, where is God's honor in your life? ਜਦੋਂ ਤੁਸੀਂ ਇੱਕ ਦੂਏ ਨਾਲ ਗੱਲਬਾਤ ਕਰਦੇ ਹੋ, ਇੱਕ ਦੂਏ ਨਾਲ ਵਰਤਦੇ ਹੋ, ਬੋਲਚਾਲ ਰੱਖਦੇ ਹੋ, ਤਾਂ ਉਦੋਂ ਇੰਨਾ ਰੁੱਖਾ ਵਰਤਾਓ ਰੱਖਦੇ ਹੋ ਇੱਕ ਦੂਜੇ ਦੇ ਨਾਲ, ਤਾਂ ਉਦੋਂ ਦੱਸੋ ਪਰਮੇਸ਼ਵਰ ਦਾ ਆਦਰ ਤੁਹਾਡੇ ਜੀਵਨ ਵਿੱਚ ਕਿੱਥੇ ਹੈ? Children, when you shout on your parents, where is God's honor in your life? ਬੱਚੇ, ਜਦੋਂ ਤੁਸੀਂ ਆਪਣੇ ਮਾਤਾ-ਪਿਤਾ ਨੂੰ ਚਿল্ਲਾ ਕੇ ਜਵਾਬ ਦਿੰਦੇ ਹੋ, ਚੀਖ ਕੇ ਜਵਾਬ ਦਿੰਦੇ ਹੋ, ਉਦੋਂ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਪਿਆਰ ਤੇ ਉਹਦਾ ਆਦਰ ਕਿੱਥੇ ਹੈ? I'm talking to husbands and wives now. ਮੈਂ ਹੁਣ ਪਤੀ ਪਤਨੀ ਨਾਲ ਗੱਲ ਕਰ ਰਹੀ ਹਾਂ। When you fight with one another, get upset on one another, ਜਦੋਂ ਤੁਸੀਂ ਆਪਸ 'ਚ ਇੱਕ ਦੂਜੇ ਨਾਲ ਲੜਾਈ ਕਰ ਲੈਂਦੇ ਹੋ, where is God's honor in your relationship? ਪਰਮੇਸ਼ਰ ਦਾ ਆਦਰ ਕਿੱਥੇ ਹੈ ਤੁਹਾਡੇ ਰਿਸ਼ਤੇ ਦੇ ਵਿੱਚ? God want to stay in our family. God want to stay in our family. ਪਰਮੇਸ਼ਰ ਸਾਡੇ ਪਰਿਵਾਰ ਵਿੱਚ ਰਹਿਣਾ ਚਾਹੁੰਦੇ ਨੇ। We are His family. ਅਸੀਂ ਉਹਦਾ ਪਰਿਵਾਰ ਹਾਂ। He want to stay with us. ਉਹ ਸਾਡੇ ਨਾਲ ਰਹਿਣਾ ਚਾਹੁੰਦਾ ਹੈ। He is the head of family. ਉਹ ਸਾਡੇ ਘਰ ਦਾ ਮੁਖੀਆ ਹੈ। How He will abide in our family if we always make all the situation very messy. ਅਸੀਂ ਘਰ ਦੇ ਹਾਲਾਤਾਂ ਨੂੰ ਇੰਨਾ ਬੇਕਾਰ ਬਣਾ ਦਿੰਦੇ ਆ, ਇੱਕ ਦੂਜੇ ਨਾਲ ਲੜਾਈ ਕਰਕੇ, ਝਗੜਾ ਕਰਕੇ, ਇੱਕ ਦੂਜੇ ਤੇ ਚੀਖ ਕੇ, ਤਾਂ ਉਹ ਕਿਵੇਂ ਸਾਡੇ ਪਰਿਵਾਰ ਵਿੱਚ ਬਣਿਆ ਰਹੇਗਾ? Now where is God's honor in our relationships, in our family life? ਹੁਣ ਸਾਡੇ ਰਿਸ਼ਤਿਆਂ ਦੇ ਵਿੱਚ, ਸਾਡੇ ਪਰਿਵਾਰ ਦੇ ਵਿੱਚ ਪਰਮੇਸ਼ਰ ਦਾ ਆਦਰ, ਉਹਦਾ ਪ੍ਰੇਮ ਕਿੱਥੇ ਹੈ? It is written into the Bible, when you enter into the house of the Lord, ਇਹ ਪਵਿੱਤਰ ਵਚਨ ਵਿੱਚ ਲਿਖਿਆ ਕਿ ਜਦੋਂ ਤੂੰ ਪਰਮੇਸ਼ਰ ਦੇ ਭਵਨ ਵਿੱਚ ਪੈਰ ਰੱਖੇ, be very careful. ਬਹੁਤ ਧਿਆਨ ਨਾਲ। And how we come to the church? ਤੇ ਅਸੀਂ ਕਿਵੇਂ ਆਉਨੇ ਆ? Someone is coming 9:30, ਕੋਈ 9:30 ਵਜੇ ਆ ਜਾਂਦਾ ਹੈ, someone is coming 9:15, ਕੋਈ 9:15 ਵਜੇ ਆ ਜਾਂਦਾ ਹੈ, somebody is coming 10 o'clock. ਕੋਈ 10 ਵਜੇ ਆ ਰਿਹਾ ਹੈ। What you are thinking? Oh, Jesus is waiting. ਕੀ ਤੁਸੀਂ ਕੀ ਸੋਚਦੇ ਹੋ? ਪ੍ਰਭੂ ਇੰਤਜ਼ਾਰ ਕਰਨ ਬੈਠੇ ਨੇ ਇੱਥੇ? No. ਬਿਲਕੁਲ ਨਹੀਂ। ਅਬਰਾਹਮ ਬਾਰੇ ਅਸੀਂ ਦੇਖਦੇ ਹਾਂ, ਪਰਮੇਸ਼ਰ ਦੇ ਦਾਸ, How much respect he gave to God. ਦੇਖੋ ਅਬਰਾਹਮ ਪਰਮੇਸ਼ਰ ਦਾ ਕਿੰਨਾ ਆਦਰ ਕਰਦਾ ਸੀ, And God gave him a blessing that he became a father of nations. ਦੇਖੋ ਪਰਮੇਸ਼ਰ ਨੇ ਉਹਨੂੰ ਕਿੰਨੀ ਬਰਕਤ ਦਿੱਤੀ ਕਿ ਉਹ ਕੌਮਾਂ ਦਾ ਪਿਤਾ ਕਹਿਲਾਇਆ ਗਿਆ। Hallelujah. ਹਾਲੇਲੂਇਆ। Today where we are standing in our life. ਅਸੀਂ ਆਪਣੇ ਜੀਵਨ ਦੇ ਵਿੱਚ ਅੱਜ ਕਿੱਥੇ ਜੇ ਖੜੇ ਆ? If we look into the life of Joshua, ਜੇਕਰ ਅਸੀਂ ਯਹੋਸ਼ੂਆ ਦੀ ਜ਼ਿੰਦਗੀ ਨੂੰ ਵੇਖੀਏ, who fulfilled the vision of God, ਜਿਨੇ ਪਰਮੇਸ਼ਰ ਦੇ ਦਰਸ਼ਨ ਨੂੰ ਪੂਰਾ ਕੀਤਾ, which was given to Moses.
ਜਿਹੜਾ ਕਿ मूसा ਨੂੰ ਦਿੱਤਾ ਗਿਆ ਸੀ, which was given to Moses. ਜਿਹੜਾ ਕਿ मूसा ਨੂੰ ਦਿੱਤਾ ਗਿਆ ਸੀ। Who fulfilled this vision? ਉਹ ਦਰਸ਼ਨ ਜਿਹੜਾ मूसा ਨੂੰ ਦਿੱਤਾ ਗਿਆ ਸੀ, ਕਿਹਨੇ ਪੂਰਾ ਕੀਤਾ? Joshua. ਯਹੋਸ਼ੂਆ ਨੇ। How much respect Joshua and his family gave to God. ਦੇਖੋ ਜੋਸ਼ੂਆ ਤੇ ਉਹਦਾ ਪਰਿਵਾਰ ਕਿੰਨੀ ਜ਼ਿਆਦਾ ਮਹਿਮਾ ਤੇ ਆਦਰ ਸਨਮਾਨ ਪ੍ਰਭੂ ਦਾ ਕਰਦਾ ਸੀ। It is written in the book of Joshua, chapter 24, verse 15. ਯਹੋਸ਼ੂਆ ਦੀ ਕਿਤਾਬ ਉਹਦਾ 24 ਅਧਿਆਏ ਉਹਦੀ 15 ਆਇਤ ਵਿੱਚ ਲਿਖਿਆ ਹੈ, I and my family will serve the Lord. ਮੈਂ ਤੇ ਮੇਰਾ ਪਰਿਵਾਰ ਪਰਮੇਸ਼ਵਰ ਦੀ ਹੀ ਸੇਵਾ ਕਰਾਂਗੇ। How much he gave respect to God and he became so much blessed person. ਦੇਖੋ ਉਹਨੇ ਕਿੰਨੀ ਜ਼ਿਆਦਾ ਪਰਮੇਸ਼ਵਰ ਨੂੰ ਮਹਿਮਾ ਦਿੱਤੀ ਤੇ ਪ੍ਰਭੂ ਦਾ ਕਿੰਨਾ ਆਦਰ ਕੀਤਾ ਯਹੋਸ਼ੂਆ ਨੇ ਤੇ ਉਹ ਆਸ਼ੀਸ਼ਿਤ ਹੋਇਆ। Where is God's honor today in your life? ਸਾਡੇ ਜੀਵਨਾਂ ਦੇ ਵਿੱਚ, ਤੁਹਾਡੇ ਜੀਵਨਾਂ ਦੇ ਵਿੱਚ ਅੱਜ ਪਰਮੇਸ਼ਵਰ ਦਾ ਆਦਰ ਸਨਮਾਨ ਕਿੱਥੇ ਹੈ? Look at the life of David. ਦੇਖੋ ਅਸੀਂ ਦਾਊਦ ਦੇ ਜੀਵਨ ਵਿੱਚ ਵੇਖਦੇ ਹਾਂ। Who was David? ਕੌਣ ਸੀ ਦਾਊਦ? A very thin, very slim, but ਬਹੁਤ ਪਤਲਾ ਜਿਹਾ a short-heighted person. ਤੇ ਛੋਟੇ ਕੱਦ ਦਾ ਬੰਦਾ। A shepherd, ਉਹ ਇੱਕ ਚਰਵਾਹਾ ਸੀ। always living with the sheep and God. ਉਹ ਭੇਡਾਂ ਨੂੰ ਚਰਾਉਂਦਾ ਰਹਿੰਦਾ ਸੀ। But along with he always worshipped the Lord. ਪਰ ਉਹ ਜਦੋਂ ਭੇਡਾਂ ਨੂੰ ਚਰਾਉਂਦਾ ਰਹਿੰਦਾ ਸੀ, ਉਹ ਨਾਲ-ਨਾਲ ਪ੍ਰਭੂ ਦੀ ਆਰਾਧਨਾ ਕਰਿਆ ਕਰਦਾ ਸੀ। But the way he was respecting God, ਪਰ ਜਿਸ ਤਰੀਕੇ ਨਾਲ ਉਹ ਪਰਮੇਸ਼ਰ ਨੂੰ ਆਦਰ ਦੇ ਰਿਹਾ ਸੀ, he was very strong spiritually. ਉਹ ਆਤਮਿਕ ਤੌਰ ਤੇ ਬਹੁਤ ਤਾਕਤਵਰ ਸੀ। Hallelujah. ਹਾਲੇਲੂਇਆ। He became the king. ਉਹ ਰਾਜਾ ਬਣਿਆ। He became the king ਉਹ ਰਾਜਾ ਬਣ ਗਿਆ ਸੀ because he was loving God and respecting God in a proper way. ਕਿਉਂਕਿ ਉਹ ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਆਦਰ, ਉਹਨੂੰ ਸਨਮਾਨ ਤੇ ਪਿਆਰ ਦੇ ਰਿਹਾ ਸੀ ਪਰਮੇਸ਼ਰ ਨੂੰ। Hallelujah. ਹਾਲੇਲੂਇਆ। If you are respecting God in your life in a proper way, ਜੇਕਰ ਤੁਸੀਂ ਆਪਣੇ ਜੀਵਨ ਵਿੱਚ ਪੂਰੀ ਚੰਗੀ ਤਰ੍ਹਾਂ ਪਰਮੇਸ਼ਰ ਨੂੰ ਆਦਰ ਦੇ ਰਹੇ ਹੋ, ਉਹਨੂੰ ਪਿਆਰ ਕਰ ਰਹੇ ਹੋ, you will see a full blessings on you. ਤੁਸੀਂ ਵੇਖੋਗੇ ਤੁਹਾਡਾ ਜੀਵਨ ਬਰਕਤਾਂ ਨਾਲ ਭਰ ਜਾਵੇਗਾ। Hallelujah. ਹਾਲੇਲੂਇਆ। If something is not happening in your life, some work is stopped in your life, ਜੇਕਰ ਹਾਲੇ ਤੱਕ ਕੁਝ ਹੋਇਆ ਨਹੀਂ, ਤੁਹਾਡੇ ਜੀਵਨ 'ਚ ਕੋਈ ਗਵਾਹੀ ਨਹੀਂ ਬਣੀ, ਕੋਈ ਕੰਮ ਰੁਕਿਆ ਪਿਆ, so this is a weakness. ਇਹ ਕਮਜ਼ੋਰੀ ਹੈ। Give full respect to God ਪਰਮੇਸ਼ਰ ਨੂੰ ਪੂਰਾ ਆਦਰ in ਦੇਣਾ every area of your life. ਆਪਣੀ ਜ਼ਿੰਦਗੀ ਦੇ ਹਰ ਇੱਕ ਖੇਤਰ ਦੇ ਵਿੱਚ। When you sit, when you stand, ਜਦੋਂ ਤੁਸੀਂ ਖੜਦੇ ਹੋ, ਜਦੋਂ ਤੁਸੀਂ ਉੱਠਦੇ ਹੋ, when you sleep, ਜਦੋਂ ਤੁਸੀਂ ਸੌਂਦੇ ਹੋ, when you talk to your friends, ਜਦੋਂ ਤੁਸੀਂ ਆਪਣੇ ਦੋਸਤ ਮਿੱਤਰਾਂ ਨਾਲ ਗੱਲ ਕਰਦੇ ਹੋ, you do loose talk or you wisely talk. ਤਾਂ ਤੁਸੀਂ ਜਾਂ ਤਾਂ ਚੁਗਲੀਆਂ ਕਰਦੇ ਹੋ, ਗਲਤ ਗੱਲਾਂ ਕਰਦੇ ਹੋ, ਤੇ ਜਾਂ ਤਾਂ ਤੁਸੀਂ ਆਪਣੀ ਬੁੱਧ ਨਾਲ ਵਧੀਆ ਗੱਲਾਂ ਕਰਦੇ ਹੋ। Give respect to God in every area of your ਇਸ life. ਤਰ੍ਹਾਂ ਦੇ ਸਾਰੇ ਖੇਤਰਾਂ ਦੇ ਵਿੱਚ ਪਰਮੇਸ਼ਰ ਨੂੰ ਆਦਰ ਦਿਓ। When you make new friends, ਜਦੋਂ ਤੁਸੀਂ ਨਵੇਂ ਦੋਸਤ ਬਣਾਉਨੇ ਹੋ, when you visit to your relatives and your friends, ਜਦੋਂ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਘਰੇ, ਦੋਸਤਾਂ ਦੇ ਘਰੇ ਜਾਂਦੇ ਹੋ, remember that His holy presence is with you. ਯਾਦ ਰੱਖੋ ਇਹ ਗੱਲ ਕਿ ਉਹਦੀ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਮੇਰੇ ਨਾਲ ਹੈ। Remember that wherever I am going, I am carrying His holy presence. ਯਾਦ ਰੱਖੋ ਕਿ ਮੈਂ ਜਿੱਥੇ ਵੀ ਜਾਣਾ, ਜਿਹਨੂੰ ਵੀ ਮਿਲਦਾ, ਪਰਮੇਸ਼ਰ ਦੀ ਹਜ਼ੂਰੀ ਮੇਰੇ ਨਾਲ ਰਹਿੰਦੀ ਹੈ। Always respect that holy presence. ਹਮੇਸ਼ਾ ਉਸ ਪਵਿੱਤਰ ਹਜ਼ੂਰੀ ਦਾ ਕਰੀ, ਉਹਨੂੰ ਨਾਲ ਲੈ ਕੇ ਚੱਲੀ। A prophet of God, Habakkuk, ਹਬਕੂਕ prophet of God. ਜਿਹੜਾ ਭਵਿਸ਼ਵਕਤਾ ਸੀ ਪਰਮੇਸ਼ਰ ਦੇ ਵਚਨ ਦਾ, He is writing in chapter 3, verse 17. ਦੇਖੋ ਉਹ ਤੀਸਰੇ ਅਧਿਆਏ ਵਿੱਚ ਤੇ 17ਵੀਂ ਆਇਤ ਵਿੱਚ ਕੀ ਲਿਖਦਾ ਹੈ? Lord, whether situations are changing or not, whether my circumstances are changing or not, I am always happy in your presence. ਪ੍ਰਭੂ ਜੀ ਮੇਰੇ ਹਾਲਾਤ ਚਾਹੇ ਬਦਲ ਰਹੇ ਨੇ ਚਾਹੇ ਨਹੀਂ, ਜਾਂ ਮੇਰੇ ਸਰੀਰ ਦੀ ਕੰਡੀਸ਼ਨ, ਮੇਰੀ ਹਾਲਤ ਬਦਲ ਰਹੀ ਹੈ ਜਾਂ ਨਹੀਂ, ਪਰ ਫਿਰ ਵੀ ਮੈਂ ਤੈਨੂੰ ਸਤੁਤੀ ਦਿੰਦਾ ਰਹੂੰਗਾ, ਮੈਂ ਤੈਨੂੰ ਆਦਰ ਦਿੰਦਾ ਹੀ ਰਹੂੰਗਾ। A selfless love to God. ਬੇਸਵਾਰਥ ਪਿਆਰ ਯਿਸੂ ਦੇ ਨਾਲ। Hallelujah. ਹਾਲੇਲੂਇਆ। If like this love you will show to Lord, ਜੇਕਰ ਤੁਸੀਂ ਇਸ ਤਰ੍ਹਾਂ ਦਾ ਪਿਆਰ ਪਰਮੇਸ਼ਰ ਨੂੰ ਦਿਖਾਓਗੇ, He will abide in you. ਤਾਂ ਉਹ ਤੁਹਾਡੇ ਵਿੱਚ ਬਣਿਆ ਰਹੇਗਾ। And when He will abide in you, ਜਦੋਂ ਉਹ ਤੁਹਾਡੇ ਵਿੱਚ ਬਣਿਆ ਰਹੇਗਾ, your life will change. ਤੁਹਾਡੀ ਜ਼ਿੰਦਗੀ ਬਦਲ ਜਾਣੀ ਹੈ। You will live in blessings. ਤੁਸੀਂ ਆਸ਼ੀਸ਼ਿਤ ਵਾਲੀ ਜ਼ਿੰਦਗੀ ਜੀਓਗੇ। There will be the great miracles in your life. ਵੱਡੇ ਚਮਤਕਾਰ ਤੁਹਾਡੇ ਜੀਵਨ ਵਿੱਚ ਹੋਣਗੇ ਉਦੋਂ। You will become a mighty testimony among crowds. ਤੁਸੀਂ ਇੱਕ ਸਮਰਥੀ ਗਵਾਹੀ ਦੇਣ ਵਾਲੇ ਵਿਅਕਤੀ ਬਣ ਜਾਓਗੇ। Hallelujah. ਹਾਲੇਲੂਇਆ। Hallelujah.
ਹਾਲੇਲੂਇਆ। Today you need to check your life that where is God's honor in your life. ਅੱਜ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਜੀਵਨਾਂ ਨੂੰ ਜਾਂਚੋ ਕਿ ਮੇਰੇ ਜੀਵਨ ਵਿੱਚ ਪ੍ਰਭੂ ਲਈ ਆਦਰ ਕਿੱਥੇ ਹੈ।